ਚੱਲ ਰਹੀ ਗੁਰਬਾਣੀ ਸ਼ਬਦ ਦੀ ਜੋ ਵਿਚਾਰ ਹੈ, ਜੋ ਗੁਰ ਕਿਰਪਾ ਦੁਆਰਾ ਆਪਾਂ ਸਾਰੇ ਰਲ ਮਿਲ ਕੇ ਕਰਦੇ ਹਾਂ, ਜਿੰਨੀ ਕੁ ਸੋਝੀ ਗੁਰਬਾਣੀ ਬਖਸ਼ਦੀ ਹੈ। ਅੱਜ ਦਾ ਜੋ ਸਾਹਿਬ ਦਾ ਬਚਨ ਹੈ, ਜਿਸ ਦੀ ਆਪਾਂ ਵਿਚਾਰ ਕਰਾਂਗੇ, ਜੇਤਾ ਕੀਤਾ ਤੇਤਾ ਨਾਉ, ਬਿਨ ਨਾਵੈ ਨਾਹੀ ਕੋ ਥਾਉ। ਕੁਦਰਤ ਕਵਣ ਕਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਪਾਤਸ਼ਾਹ ਜੀ ਕਹਿੰਦੇ, ਇਹ ਜੋ ਵੀ ਕੁਝ ਲਿਖਿਆ ਹੈ, ਜੋ ਵਿਸਥਾਰ ਕੀਤਾ ਹੈ, ਇਹ ਸਾਰਾ ਸੱਚਖੰਡ ਦਾ ਹੁਕਮ ਹੈ, ਨਾਮ ਹੈ। ਇਹੀ ਅਸਲ ਵਿੱਚ ਇਸ ਭਵ ਸਾਗਰ ਦੇ ਵਿੱਚੋਂ ਛੁੱਟਣ ਦੀ ਵਿਧੀ ਹੈ, ਇੱਕ ਹੋਣ ਦਾ ਰਸਤਾ ਹੈ। ਹੋਰ ਇਸ ਤੋਂ ਬਿਨਾਂ ਸਭ ਕੁਝ ਭਰਮ ਹੈ। ਪਹਿਲਾਂ ਗੁਰਬਾਣੀ ਪੜ੍ਹਨੀ, ਫਿਰ ਸਮਝਣੀ, ਤੇ ਫਿਰ ਇਸ ਨੂੰ ਮੰਨ ਲੈਣਾ ਤੇ ਇਸ ਤੇ ਪੂਰਨ ਭਰੋਸਾ ਕਰਨਾ, ਵਿਸ਼ਵਾਸ ਕਰਨਾ। ਫਿਰ ਪਰਮ ਪਦ ਦੀ ਪ੍ਰਾਪਤੀ ਹੋ ਜਾਂਦੀ ਹੈ। ਜਿਵੇਂ ਪਾਤਸ਼ਾਹ ਕਹਿੰਦੇ, ਹੁਕਮ ਮੰਨੇ ਹੋਵੇ ਪ੍ਰਵਾਨ, ਤਾਂ ਖਸਮੇ ਕਾ ਮਹਿਲ ਪਾਇਸ। ਜੇ ਇਕੱਲੇ ਪੜ੍ਹਦੇ ਹੀ ਰਹੇ, ਜਾਂ ਸਤਿਕਾਰ ਹੀ ਕਰਦੇ ਰਹੇ, ਜਾਂ ਕੋਈ ਹੋਰ ਕਿਰਿਆ ਕਰਦੇ ਰਹੇ, ਇਹਦੇ ਨਾਲ ਕੀ ਹੁੰਦਾ? ਕਿਉਂਕਿ ਸੰਸਾਰ ਦੇ ਵਿੱਚ ਥੋੜ੍ਹੀ ਬਹੁਤੀ ਸ਼ੋਭਾ ਹੋ ਜਾਂਦੀ ਹੈ। ਸੰਸਾਰ ਦੇ ਲੋਕ ਸਤਿਕਾਰ ਕਰ ਦਿੰਦੇ, ਪਰ ਪੂਰਨਤਾ ਤਾਂ ਗੁਰਬਾਣੀ ਚੋਂ ਬੁਝਾਰਤ ਬੁੱਝ ਕੇ ਨਾਮ ਦੀ ਪ੍ਰਾਪਤੀ ਨਾਲ ਹੀ। ਇਹ ਮੇਰੇ ਮਨਾ, ਬਾਕੀ ਤੇਰੀ ਆਪਣੀ ਮਰਜ਼ੀ ਹੈ ਕਿ ਤੂੰ ਕਿਸ ਤਰ੍ਹਾਂ ਆਪਣੇ ਜੀਵਨ ਨੂੰ ਇਸ ਭਵ ਸਾਗਰ ਦੇ ਵਿੱਚੋਂ ਕੱਢਣਾ ਚਾਹੁੰਦਾ ਹੈ, ਕਿ ਜਾਂ ਇੱਥੇ ਹੀ ਰੱਖਣਾ ਚਾਹੁੰਦਾ ਹੈ। ਸੋ ਇਹ ਗੱਲ ਦੇ ਵਿੱਚ ਕੋਈ ਅਤਕਥਨੀ ਨਹੀਂ ਕਿ ਜਿਸ ਨੂੰ ਵੀ ਪ੍ਰਾਪਤੀ ਹੋਈ ਹੈ, ਗੁਰਮਤਿ ਸਮਝ ਕੇ ਮੰਨ ਕੇ ਹੀ ਹੋਈ ਹੈ। ਸੋ ਅਸੀਂ ਸਮਝਣਾ ਕੀ ਹੈ, ਕਿਹੜੀ ਸਾਨੂੰ ਸੋਝੀ ਆਉਣੀ ਚਾਹੀਦੀ ਹੈ, ਕਿਹੜੀ ਸਮਝ ਰੱਖਣੀ ਚਾਹੀਦੀ ਹੈ, ਕਿ ਕੋਈ ਸਾਨੂੰ ਗੁਰਬਾਣੀ ਦੀ ਵਿਆਖਿਆ ਗਲਤ ਨਾ ਸੁਣਾ ਦੇਵੇ। ਇਹ ਬੜੀ ਵੱਡੀ ਗੱਲ ਹੈ। ਜਿਵੇਂ ਅੱਜ ਕੱਲ੍ਹ ਕਹਿ ਦਿੰਦੇ ਆ ਵੀ ਗੁਰਬਾਣੀ ਦੇ ਤਾਂ ਹਰ ਕੋਈ ਆਪੋ ਆਪਣੇ ਅਰਥ ਕਰ ਲੈਂਦਾ। ਇਸੇ ਕਰਕੇ ਹੀ ਸੁਰਤ ਦੇ ਅੰਦਰ ਵਿਗਾਸ ਨਹੀਂ ਪੈਦਾ ਹੁੰਦਾ, ਜਦੋਂ ਆਪੋ ਆਪਣੇ ਅਰਥ ਹੁੰਦੇ। ਅਸੀਂ ਗੁਰਬਾਣੀ ਦਾ ਅਰਥ ਆਪੋ ਆਪਣਾ ਨਹੀਂ ਕਰ ਸਕਦੇ। ਇਹੀ ਤਾਂ 10ਵੇਂ ਪਾਤਸ਼ਾਹ ਨੇ ਆਖਿਆ, ਵਰਨਤ ਭਿੰਨ ਭਿੰਨ ਤੋਹਿ ਤੇਤੀ, ਤੁਮਰਾ ਲਖਾ ਨਾ ਜਾਏ ਪਸਾਰਾ, ਕਿਹ ਵਿਦ ਸਜਾ ਪ੍ਰਥਮ ਸੰਸਾਰ। ਉਹ ਕਹਿੰਦੇ ਤੁਸੀਂ ਤਾਂ ਆਪਣੀ ਆਪਣੀ ਬੁੱਧੀ ਦੇ ਨਾਲ ਇਹਨੂੰ ਵਰਣਨ ਕਰਨ ਲੱਗ ਗਏ। ਵਿਆਖਿਆ ਦੀ ਵਿਆਖਿਆ ਨਹੀਂ ਹੁੰਦੀ, ਵਿਆਖਿਆ ਦੀ ਵਿਚਾਰ ਹੁੰਦੀ ਹੈ। ਮੈਂ ਪਿੱਛੇ ਵੀ ਕਈ ਵਿਚਾਰਾਂ ਦੇ ਵਿੱਚ ਇਹ ਗੱਲ ਆਖੀ ਹੈ ਕਿ ਸਾਨੂੰ ਜਿਹੜੀ ਗੁਰਬਾਣੀ ਹੈ, ਇਹ ਬਾਣੀ ਦੀ ਵਿਆਖਿਆ ਕਰਕੇ ਦਿੱਤੀ ਹੋਈ ਹੈ। ਇਸ ਵਿਆਖਿਆ ਦੀ ਅਸੀਂ ਵਿਚਾਰ ਕਰਨੀ, ਇਹਨੂੰ ਸਮਝਣਾ ਹੈ। ਅਸੀਂ ਜੋ ਕੁਛ ਵੀ ਅਸੀਂ ਬਾਹਰੋਂ ਸੁਣਦੇ ਹਾਂ ਧਰਮ ਬਾਰੇ ਜਾਂ ਗੁਰਮਤ ਬਾਰੇ, ਤਾਂ ਅਸੀਂ ਇਸ ਗੁਰਬਾਣੀ ਨਾਲ ਉਹਨੂੰ ਮਿਲਾਉਣਾ ਹੈ ਕਿ ਵਾਕਿਆ ਹੀ ਗੁਰਬਾਣੀ 'ਚ ਉਸ ਤਰ੍ਹਾਂ ਦਾ ਕੁਛ ਹੈ ਵੀ। ਗੁਰਬਾਣੀ ਦਾ ਅਰਥ ਅਸੀਂ ਕਿਉਂ ਨਹੀਂ ਆਪਣੀ ਮਰਜ਼ੀ ਨਾਲ ਕਰ ਸਕਦੇ? ਕਿਉਂਕਿ ਜਿਹੜੇ ਪੁਰਖਾਂ ਨੇ ਗੁਰਬਾਣੀ ਲਿਖੀ ਹੋਈ ਹੈ,
ਉਹਨਾਂ ਦੀ ਸਾਰਿਆਂ ਦੀ ਇੱਕ ਸੁਰ ਹੈ। ਜਦੋਂ ਉਹਨਾਂ ਦੀ ਸਾਰਿਆਂ ਦੀ ਇੱਕ ਸੁਰ ਹੈ, ਇੱਕ ਸੋਚ ਹੈ, ਫਿਰ ਅਰਥ ਭਿੰਨ ਭਿੰਨ ਕਿਵੇਂ ਹੋ ਸਕਦਾ? ਅਸੀਂ ਉਸ ਅਰਥ ਤੇ ਵੱਖੋ ਵੱਖਰੇ ਤਰੀਕੇ ਨਾਲ ਵਿਚਾਰ ਕਰ ਸਕਦੇ ਹਾਂ, ਪਰ ਆਪਣੀ ਵਿਚਾਰ ਕਰਨ ਤੋਂ ਬਾਅਦ ਫਿਰ ਅਸੀਂ ਗੁਰਬਾਣੀ ਤੇ ਲੈ ਕੇ ਆਉਣੀ ਗੱਲ, ਕਿਉਂਕਿ ਗੁਰਬਾਣੀ 'ਚ ਹੀ ਗੁਰਬਾਣੀ ਦੀ ਵਿਆਖਿਆ ਕੀਤੀ ਪਈ ਹੈ, ਗੁਰਬਾਣੀ 'ਚ ਹੀ ਗੁਰਬਾਣੀ ਦੇ ਅਰਥ ਹੈ, ਇੰਝ ਕਹਿ ਲਓ। ਫਿਰ ਸਾਨੂੰ ਬਾਹਰੋਂ ਅਰਥ ਕਰਨ ਦੀ ਲੋੜ ਨਹੀਂ। ਜਦੋਂ ਅਸੀਂ ਗੁਰਬਾਣੀ ਦਾ ਬਾਹਰੋਂ ਅਰਥ ਕਰਦੇ ਹਾਂ ਫਿਰ ਫਰਕ ਪੈਂਦਾ ਹੈ। ਜਿਵੇਂ ਹੁਣ ਇੱਕ ਸ਼ਬਦ ਆ, ਉਹਦੇ 5-6 ਆਪਾਂ ਅਰਥ ਕਰ ਦਈਏ ਤੇ ਫਿਰ ਉਹ 'ਚੋਂ ਸਹੀ ਕਿਹੜਾ? ਫਿਰ ਤਾਂ ਹਰ ਇੱਕ ਨੂੰ ਮੌਕਾ ਮਿਲ ਜਾਂਦਾ, ਉਹ ਕਹਿੰਦਾ ਜੀ ਮੇਰੀ ਅਵਸਥਾ ਮੁਤਾਬਕ ਇਹ ਅਰਥ ਸਹੀ ਹੈ, ਉਹ ਕਹਿੰਦਾ ਮੇਰੀ ਅਵਸਥਾ ਮੁਤਾਬਕ ਇਹ ਹੈ, ਮੇਰੀ ਅਵਸਥਾ ਮੁਤਾਬਕ ਇਹ ਹੈ। ਫਿਰ ਤਾਂ ਸਭ ਦੀਆਂ ਵੱਖੋ ਵੱਖਰੀਆਂ ਅਵਸਥਾਵਾਂ ਹੋ ਗਈਆਂ, ਫਿਰ ਸੱਚਾਈ ਕੀ ਰਹਿ ਗਈ? ਜਦ ਕਿ ਬ੍ਰਹਮ ਗਿਆਨ ਵਿੱਚ ਇੱਕੋ ਹੀ ਅਵਸਥਾ ਹੈ, ਹੋਰ ਕੋਈ ਅਵਸਥਾ ਹੀ ਨਹੀਂ। ਬ੍ਰਹਮ ਗਿਆਨ ਦੀ ਕੀ ਅਵਸਥਾ ਹੈ ਕਿ ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ। ਹੁਣ ਸੱਚ ਤਾਂ ਇੱਕੋ ਹੀ ਹੈ, ਸੱਚ ਦੀਆਂ ਕਿਸਮਾਂ ਥੋੜ੍ਹੋ ਨੇ, ਝੂਠ ਦੀਆਂ ਕਿਸਮਾਂ ਨੇ ਜਿੰਨੀਆਂ ਮਰਜ਼ੀ ਵਧਾ ਲਓ, ਸੱਚ ਇੱਕੋ ਹੀ ਹੈ। ਆਦਿ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਕੂੜ ਨਖੁੱਟੈ ਨਾਨਕਾ, ਓੜਕ ਸੱਚ ਰਹੇ। ਸੱਚ ਹੀ ਰਹਿਣਾ, ਇੱਕੋ ਹੀ ਰਹਿਣਾ। ਇੱਕ ਚੀਜ਼ ਦੀ ਵਿਆਖਿਆ ਵੱਖੋ ਵੱਖਰੇ ਸ਼ਬਦਾਂ ਦੁਆਰਾ ਤੁਸੀਂ ਕਰ ਸਕਦੇ ਹੋ, ਜਿਵੇਂ ਪਾਣੀ ਕਹਿਤਾ, ਜਲ ਕਹਿਤਾ, ਉਦਕ ਕਹਿਤਾ, ਨੀਰ ਕਹਿਤਾ, ਪਰ ਵਸਤੂ ਇੱਕੋ ਹੀ ਹੈ। ਸ਼ਬਦ ਵੱਖੋ ਵੱਖਰੇ ਜ਼ਰੂਰ ਹੋ ਗਏ, ਤੇ ਹੁਣ ਇਹਦਾ ਅਰਥ ਵੱਖੋ ਵੱਖਰਾ ਕਿਵੇਂ ਕਰ ਦੋਗੇ? ਬਾਹਰ ਜਿੰਨੇ ਵੀ ਗੁਰਬਾਣੀ 'ਚ ਵਿਆਖਿਆ ਕੀਤੀ ਗਈ ਹੈ, ਇਹ ਪ੍ਰਮਾਣ ਦਿੱਤੇ ਗਏ ਮਾਇਆ 'ਚੋਂ, ਇੱਕ ਵਾਸਤੇ, ਇੱਕ ਹੋਣ ਵਾਸਤੇ। ਜਿਹੜਾ ਇੱਕ ਹੋ ਜਾਂਦਾ ਉਹਨੂੰ ਬਾਣੀ ਸੁਣਦੀ ਹੈ, ਜਿਹੜਾ ਇੱਕ ਹੋਣਾ ਚਾਹੁੰਦਾ ਉਹਦੇ ਲਈ ਗੁਰਬਾਣੀ ਹੈ। ਗੁਰਬਾਣੀ ਪੜ੍ਹ ਕੇ, ਸੁਣ ਕੇ, ਸਮਝ ਕੇ, ਵਿਚਾਰ ਕੇ, ਮੰਨ ਕੇ ਇੱਕ ਹੋਇਆ ਜਾਂਦਾ, ਇੱਕ ਹੋ ਕੇ ਬਾਣੀ ਸੁਣਦੀ ਹੈ। ਬਾਣੀ ਨੂੰ ਨਾ ਪੜ੍ਹਨਾ ਪੈਂਦਾ, ਨਾ ਸਮਝਣਾ ਪੈਂਦਾ, ਨਾ ਵਿਚਾਰਨਾ ਪੈਂਦਾ, ਨਾ ਬੁੱਝਣਾ। ਬਾਣੀ ਪ੍ਰਗਟ ਹੋ ਜਾਂਦੀ, ਜਿਹੜੀ ਚੀਜ਼ ਸਾਹਮਣੇ ਆ ਪ੍ਰਗਟ ਹੈ, ਉਹਦਾ ਆਨੰਦ ਮਾਣਿਆ ਜਾਂਦਾ, ਉਹਦੇ ਵਿੱਚ ਸਮਾਇਆ ਜਾਂਦਾ, ਉਹਦਾ ਰਸ ਲਿਆ ਜਾਂਦਾ। ਉਹ ਬਾਣੀ ਹੈ, ਉਹ ਸ਼ਬਦ ਗੁਰੂ ਹੈ। ਉਹ ਇੱਕ ਹੋਣ ਤੋਂ ਬਾਅਦ ਸੁਣਦਾ, ਇੱਕ ਹੋਏ ਤਾਂ ਉਗਵੈ, ਰੁੱਤੀ ਹੋਂ ਰੁੱਤ ਹੋਏ। ਪੰਜਵੇਂ ਪਾਤਸ਼ਾਹ ਵੀ ਕਹਿੰਦੇ ਆ, ਯਾ ਯੁੱਗ ਮਹਿ ਇੱਕ ਹਿੱਕੋ ਆਇਆ। ਇੱਕ ਹੋਣ ਵਾਸਤੇ ਅਸੀਂ ਇਸ ਸੰਸਾਰ 'ਚ ਆਏ ਹੋਏ। ਕਿਉਂ ਨਹੀਂ ਇੱਕ ਹੋ ਰਹੇ? ਜਨਮਤ ਮੋਹਿਓ ਮੋਹਣੀ ਮਾਇਆ। ਸਰੀਰ ਧਾਰਦਿਆਂ ਹੀ ਮਾਇਆ ਦੇ ਮੋਹ 'ਚ ਫਸ ਗਏ। ਸੋ ਇਹ ਮੇਰੇ ਮਨ ਇਹ ਗੱਲ ਦੀ ਪੂਰੀ ਅੰਦਰ ਪਕਿਆਈ ਕਰ ਲੈ ਕਿ ਗੁਰਬਾਣੀ ਦੀ ਜਿਹੜੀ ਵਿਆਖਿਆ ਕਿਤੋਂ ਵੀ ਸੁਣ, ਪਰ ਉਹਨੂੰ ਗੁਰਬਾਣੀ ਨਾਲ ਰਲਾ ਕਿ ਵਾਕਈ ਗੁਰਬਾਣੀ 'ਚ ਗੱਲ ਹੈ ਵੀ। ਜੇ ਨਹੀਂ ਹੈਗੀ ਤਾਂ ਛੱਡ ਦੇ, ਭਾਵੇਂ ਉਹ ਕਿਸੇ ਨੇ ਵੀ ਉਹਦੇ ਅਰਥ ਕੀਤੇ ਹੁਣ, ਕੁਛ ਵੀ ਇਹਦੇ ਨਾਲ ਵਧੀਆ ਹੋਵੇ, ਪਰ ਗੁਰਬਾਣੀ ਤੋਂ ਉੱਪਰ ਕੋਈ ਨਹੀਂ। ਗੁਰਬਾਣੀ 'ਚ ਹੀ ਗੁਰਬਾਣੀ ਦੇ ਅਰਥ ਪਏ, ਇਹ ਤਾਂ ਬੁਝਾਰਤ ਹੈ। ਕਿਉਂਕਿ ਬਾਹਰ ਭਰਮ ਗਿਆਨੀ ਨੇ ਜਿਹੜੇ ਉਹ ਅਰਥ ਬਦਲ ਦਿੰਦੇ। ਆਮ ਲੋਕਾਂ ਕੋਲ ਇੰਨਾ ਸਮਾਂ ਨਹੀਂ ਕਿ ਉਹ ਗੁਰਬਾਣੀ ਵਿਚਾਰਨ। ਜੇ ਵਿਚਾਰਦੇ ਵੀ ਹਨ ਤਾਂ ਵੀ ਉਹਨਾਂ ਅਰਥਾਂ ਨਾਲ ਹੀ। ਪੜ੍ਹਨ ਦਾ ਟਾਈਮ ਹੈ, ਪੜ੍ਹਨ ਲਈ ਉਹ ਕਹਿੰਦੇ ਵੀ ਕੋਈ ਨਹੀਂ, ਅਸੀਂ ਪੜ੍ਹ ਦਿਆਂਗੇ ਫਟਾਫਟ।
ਇੱਕ ਜਪਜੀ ਸਾਹਿਬ ਦਾ ਪਾਠ ਪੜ੍ਹਨ ਲਈ ਵੀ ਅੱਜ ਸਾਡੀ ਗੁਰਮਤ, ਜਿਹਨੂੰ ਸਿੱਖ ਮਤ ਕਹਿੰਦੇ ਆ, ਉਹਦੇ ਵਿੱਚ ਕੰਪੀਟੀਸ਼ਨ ਹੈ। ਉਹ ਕਹਿੰਦਾ ਮੈਂ 1 ਮਿੰਟ 'ਚ ਜਪਜੀ ਸਾਹਿਬ ਦਾ ਪਾਠ ਕਰ ਦੇਣਾ, ਕੋਈ ਕਹਿੰਦਾ 2 'ਚ ਕਰ ਦੇਣਾ, ਕੋਈ ਕਹਿੰਦਾ 5 'ਚ ਕਰ ਦੇਣਾ, ਕੋਈ 7 'ਚ ਕਰ ਦਿੰਦਾ। ਪਰ ਦੂਸਰੇ ਪਾਸੇ ਜਿਹੜਾ ਸਰੀਰ ਹੈ, ਉਹਦੇ ਲਈ ਕੋਈ ਇਕੱਠਾ 1 ਜਾਂ 2 ਜਾਂ 5 ਰੋਟੀਆਂ ਇਕੱਠੀਆਂ ਨਹੀਂ ਖਾਂਦਾ। ਉਦੋਂ ਤਾਂ ਰੋਟੀ ਦੀ ਬੁਰਕੀ ਬੁਰਕੀ ਤੋੜ ਕੇ ਖਾਂਦੇ ਆ, ਰਸ ਲੈਂਦੇ। ਜਿਹੜੀ ਚੀਜ਼ ਦਾ ਆਤਮਿਕ ਤੌਰ ਤੇ ਰਸ ਲੈਣਾ, ਉਹਦੇ ਇੱਕ ਇੱਕ ਬਚਨ ਨੂੰ ਵਿਚਾਰਦੇ ਨੇ। ਉਹਦੇ ਲਈ ਸਪੀਡ ਬਹੁਤ ਹੈ। ਜਿਹੜਾ ਬਾਹਰਲਾ ਸਰੀਰ ਹੈ, ਉਹਦੇ ਲਈ ਬਹੁਤ ਸਲੋ ਹੈ ਸਾਰਾ ਕੁਝ। ਉਲਟ ਕਰਦੇ ਆ। ਜਿਵੇਂ ਬਾਹਰਲੇ ਸਰੀਰ ਨੂੰ, ਹੇ ਮੇਰੇ ਮਨਾ ਤੂੰ ਬਚਾਉਣਾ ਚਾਹੁੰਦਾ, ਤੈਨੂੰ ਆਤਮਾ ਬਾਰੇ ਨਹੀਂ ਪਤਾ। ਆਤਮਾ ਦੇ ਲਈ ਤੂੰ ਕੱਲੀ ਕੱਲੀ ਸ਼ਬਦ ਜੋ ਗੁਰਬਾਣੀ ਦਾ ਪਾਤਸ਼ਾਹ ਨੇ ਤੈਨੂੰ ਲਿਖ ਕੇ ਦਿੱਤਾ, ਇਹਨੂੰ ਕਿਉਂ ਨਹੀਂ ਕੱਲੇ ਕੱਲੇ ਨੂੰ ਵਿਚਾਰਨਾ? ਤੇਰੀ ਕੋਈ ਦੌੜ ਲੱਗੀ ਹੋਈ ਹੈ ਕਿਸੇ ਨਾਲੋਂ ਵੀ ਅੱਗੇ ਨਿਕਲਣਾ, ਵੀ ਇੰਨੀ ਗੁਰਬਾਣੀ ਪੜ੍ਹ ਲਈ, ਇੰਨੀ ਚੇਤੇ ਕਰ ਲਈ, ਇੰਨੇ ਪਾਠ ਕਰ ਲਏ। ਇਹ ਕੋਈ ਦੌੜ ਥੋੜੋ ਹੈ, ਜੀਵਨ ਹੈ। ਨਹੀਂ ਤਾਂ ਗੁਰਬਾਣੀ ਕਹਿੰਦੀ ਹੈ, ਏਕ ਘੜੀ ਆਦੀ ਘੜੀ ਆਦੀ ਹੂੰ ਤੇ ਆਦ, ਇੰਨਾ ਵੀ ਟਾਈਮ ਲਾ ਕੇ ਪਰ ਕਰ ਕੀ ਭਗਤਨ ਸੇਤੀ ਗੋਸ਼ਟ। ਆ ਭਗਤ ਸਾਹਿਬਾਨਾਂ ਨੇ ਗੁਰਬਾਣੀ ਦਿੱਤੀ ਹੈ ਤੈਨੂੰ, ਇਹਨਾਂ ਦੇ ਨਾਲ ਗੋਸ਼ਟ ਕਰ, ਵਿਚਾਰ ਕਰ। ਜੋ ਕੀਨੋ ਸੋ ਲਾਭ। ਕਹਿੰਦੇ ਸ਼ਰਤ ਹੈ, ਜਦੋਂ ਤੂੰ ਗੁਰਬਾਣੀ ਦੇ ਨਾਲ ਸਲਾਹ ਕਰਨ ਲੱਗ ਗਿਆ, ਗੁਰਬਾਣੀ ਨਾਲ ਗੋਸ਼ਟ ਕਰਨ ਲੱਗ ਗਿਆ, ਜੇ ਨਾ ਲਾਭ ਹੋਇਆ ਤਾਂ ਸਾਨੂੰ ਕਹਿ ਦੇ। ਔਰ ਜੇ ਤੂੰ ਗੁਰਬਾਣੀ ਪੜ੍ਹਦਾ ਸੁਣਦਾ ਜ਼ੋਰਾਂ ਸ਼ੋਰਾਂ ਨਾਲ, ਤਾਂ ਉਹਦੇ 'ਚੋਂ ਲਾਭ ਤੂੰ ਦਿਖਾ ਦੇ ਵੀ ਕੀ ਲਾਭ ਹੋਇਆ। ਰਿਜ਼ਲਟ ਦਿਖਾਓ, ਔਰ ਰਿਜ਼ਲਟ ਜ਼ਰੂਰੀ ਹੈ। ਜੀ ਰਿਜ਼ਲਟ ਹੀ ਨਹੀਂ ਕੋਈ ਆ ਰਿਹਾ, ਲੱਗੇ ਹੋਏ ਆ, ਹੇ ਮੇਰੇ ਮਨਾ, ਫਿਰ ਤਾਂ ਜੀਵਨ ਵਿਅਰਥ ਹੀ ਜਾ ਰਿਹਾ। ਫਿਰ ਤਾਂ ਕੋਈ ਫਾਇਦਾ ਨਹੀਂ ਹੈ, ਫਿਰ ਸਮਾਂ ਲੰਘੀ ਜਾ ਰਿਹਾ। ਸੋ ਸਾਡੇ ਕੋਲ ਇੰਨਾ ਸਮਾਂ ਨਹੀਂ ਕਿ ਅਸੀਂ ਗੁਰਬਾਣੀ ਦੀ ਵਿਚਾਰ ਕਰੀਏ। ਤੇ ਜੇ ਵਿਚਾਰਦੇ ਵੀ ਹਾਂ, ਜੋ ਅਰਥ ਸੁਣੇ ਹੋਏ ਨੇ ਅਸੀਂ ਉਹਨਾਂ ਦੇ ਮੁਤਾਬਕ ਹੀ ਵਿਚਾਰਦੇ। ਤੇ ਜੇ ਕੋਈ ਮਾੜਾ ਮੋਟਾ ਆਖ ਵੀ ਦਵੇ ਵੀ ਇਹਦਾ ਅਰਥ ਐਂ ਹੋ ਸਕਦਾ ਹੈ, ਗੁਰਬਾਣੀ ਤਾਂ ਐਂ ਲਿਖਿਆ ਹੋਇਆ, ਫਿਰ ਉਹ ਸਾਡੇ ਧਾਰਮਿਕ ਆਗੂ ਡਰਾ ਦਿੰਦੇ ਕਿ ਜੀ ਹੁਣ ਤੁਸੀਂ ਗੁਰਬਾਣੀ ਤੇ ਵੀ ਸ਼ੰਕਾ ਕਰਨ ਲੱਗ ਗਏ, ਇਹ ਜੀ ਤੁਸੀਂ ਹੁਣ ਆਪਣੀ ਮਰਜ਼ੀ ਦੇ ਵੀ ਅਰਥ ਕਰਨ ਲੱਗ ਗਏ, ਤੁਸੀਂ ਜੀ ਮਹਾਂਪੁਰਖਾਂ ਨੂੰ ਵੀ ਸਿਆਣੇ ਹੋ ਗਏ। ਉਹ ਐਸੇ ਐਸੇ ਬੰਦੇ ਨੂੰ ਡਰ ਦੇ ਦਿੰਦੇ ਆ, ਬੰਦਾ ਡਰ ਜਾਂਦਾ, ਲੱਗਾ ਯਾਰ ਕਿਤੇ ਗਲਤੀ ਨਾ ਹੋ ਜਾਵੇ। ਭਾਵੇਂ ਉਹਨੂੰ ਅੰਦਰੋਂ ਪਤਾ ਹੁੰਦਾ ਵੀ ਇਹ ਸ਼ਬਦ ਗੁਰਬਾਣੀ 'ਚ ਨਹੀਂ, ਪਰ ਜਦੋਂ ਬਾਹਰੋਂ ਧਾਰਮਿਕ ਆਗੂਆਂ ਦੀਆਂ ਗੱਲਾਂ ਸੁਣਦਾ ਤਾਂ ਬੰਦੇ ਦਾ ਮਨ ਡਰ ਜਾਂਦਾ ਹੈ ਕਿ ਤੁਸੀਂ ਹੁਣ ਤਰਕਾਂ ਕਰਦੇ ਹੋ। ਗੁਰਬਾਣੀ 'ਚ ਕਿੱਥੇ ਲਿਖਿਆ ਤਰਕ ਨਹੀਂ ਕਰਨੀ ਚਾਹੀਦੀ? ਗੁਰਬਾਣੀ 'ਚ ਥਾਂ ਥਾਂ ਤੇ ਲਿਖਿਆ ਹੋਇਆ ਵੀ ਤਰਕ ਕਰੋ। ਗੁਰਬਾਣੀ ਸ਼ੁਰੂਆਤ ਹੀ ਤਰਕ ਤੋਂ ਹੁੰਦੀ ਹੈ। ਪੂਰਾ ਇਹ ਸਨਾਤਨ ਮਤ 3 ਦੇਵਤਿਆਂ ਨੂੰ ਮੰਨਦਾ, ਅੱਜ ਤੱਕ ਮੰਨਦਾ ਆਇਆ ਤੇ ਮੰਨਦਾ ਰਹੂਗਾ। ਪਰ ਗੁਰਬਾਣੀ ਨੇ ਪਹਿਲਾਂ ਹੀ ਤਰਕ ਕੀਤੀ ਕਿ ਇੱਕ, ਉਹਨਾਂ ਦੇ 3 ਤਾਂ ਰੱਦ ਕਰਦੀ ਹੈ ਗੁਰਬਾਣੀ। ਕਿਸੇ ਚੀਜ਼ ਨੂੰ ਰੱਦ ਕਰਨਾ ਤਰਕ ਨਹੀਂ ਹੈ। ਪਰ ਤੁਹਾਡੇ ਕੋਲ ਤਰਕ ਹੋਣੀ ਚਾਹੀਦੀ ਹੈ, ਕੁਤਰਕ ਨਹੀਂ ਹੋਣੀ ਚਾਹੀਦੀ। ਤੁਸੀਂ ਅਗਲੇ ਦਾ ਜੀਵਨ ਬਣਾਉਣ ਲਈ ਸਹੀ ਜਾਣਕਾਰੀ ਦਿਓ, ਗਲਤ ਨਾ ਦਿਓ। ਗੁਰਬਾਣੀ ਤੇ ਸ਼ੰਕਾ ਨਹੀਂ ਕਰਨਾ ਚਾਹੀਦਾ, ਇਹ ਗੱਲ ਸੱਚੀ। ਗੁਰਬਾਣੀ ਤੇ ਤਰਕ ਨਹੀਂ ਕਰਨਾ ਚਾਹੀਦਾ, ਗੱਲ ਸੱਚੀ ਹੈ। ਪਰ ਜਿਹੜਾ ਗੁਰਬਾਣੀ ਦੇ ਅਰਥ ਗਲਤ ਕਰਦਾ, ਵਿਆਖਿਆ ਗਲਤ ਕਰਦਾ, ਉਹ ਤੇ ਤਰਕ ਕਰਨੀ ਜ਼ਰੂਰੀ ਹੈ, ਉਹ ਤੇ ਸ਼ੰਕਾ ਕਰਨੀ ਜ਼ਰੂਰੀ ਹੈ ਵੀ ਗੁਰਬਾਣੀ ਤਾਂ ਇਹ ਕਹਿੰਦੀ ਹੈ ਵੀ ਤੁਸੀਂ ਐਂ ਕਿਉਂ ਕਹਿੰਦੇ ਹੋ, ਜਾਂ ਤੁਸੀਂ ਗੁਰਬਾਣੀ 'ਚੋਂ ਸਿੱਧ ਕਰੋ ਜਿਹੜੀ ਗੱਲ ਤੁਸੀਂ ਕਹਿੰਦੇ ਹੋ। ਸੋ ਫਿਰ ਉਹ ਜਾਂ ਉਹਨਾਂ ਕੋਲ ਇੱਕੋ ਹੀ ਅਰਥ
ਇੱਕੋ ਹੀ ਗੱਲ ਹੁੰਦੀ ਹੈ ਜੀ, ਇਹ ਤਾਂ ਨਿੰਦਕ ਨੇ ਜੀ, ਇਹ ਤਾਂ ਪਹਿਲਾਂ ਬਥੇਰੇ ਆਏ ਨਿੰਦਿਆ ਕਰਨ ਵਾਲੇ, ਹੁਣ ਵੀ ਨਿੰਦਿਆ ਕਰਦੇ ਰਹਿੰਦੇ ਆ ਜੀ, ਬਾਅਦ 'ਚ ਵੀ ਕਰਦੇ ਰਹਿਣਗੇ ਜੀ। ਸੁਖਮਨੀ ਸਾਹਿਬ ਦੇ ਵਿੱਚ ਲਿਖਿਆ ਹੋਇਆ ਸੰਤਾਂ ਦੀ ਨਿੰਦਿਆ ਬਾਰੇ, ਇਹਦਾ ਸੰਤਾਂ ਨੂੰ ਨਿੰਦਦੇ ਹੀ ਰਹਿੰਦੇ। ਉਹ ਐਸੀਆਂ ਗੱਲਾਂ ਕਰਕੇ ਆਮ ਜਿਹੜੇ ਲੋਕ ਆ ਉਹ ਵਿਚਾਰੇ ਡਰ ਜਾਂਦੇ ਆ ਕਿ ਨਹੀਂ ਕਰਨੀ ਚਾਹੀਦੀ। ਦੇਖੋ ਜੀ, ਗੁਰਬਾਣੀ 'ਚ ਲਿਖਿਆ, ਸੰਤ ਕਾ ਨਿੰਦਕ ਬਹੁਤ ਅਧਿਕਾਈ, ਸੰਤ ਕਾ ਨਿੰਦਕ ਟਿਕਣ ਨਾ ਪਾਈ। ਇਹ ਗੱਲ ਸੱਚੀ ਹੈ ਕਿ ਸੰਤ ਕਾ ਨਿੰਦਕ ਬਹੁਤ ਅਧਿਕਾਈ, ਸੰਤ ਕਾ ਨਿੰਦਕ ਟਿਕ ਨਾ ਪਾਈ। ਪਰ ਭਾਈ ਸੰਤ ਦਾ ਦੱਸ ਦਿਓ ਕਿਹੜਾ ਸਹੀ ਹੈ, ਇਹ ਤਾਂ ਦੱਸ ਦਿਓ। ਜੇ ਇੱਥੇ ਸੰਤ ਦਾ ਨਿੰਦਕ ਮਾੜਾ ਲਿਖਿਆ ਤਾਂ ਉੱਥੇ ਇਹ ਵੀ ਲਿਖਿਆ ਹਰ ਕਾ ਸੰਤ ਨਾ ਆਖੀਏ, ਬਾਨਾਰ ਸਕੇ ਠੱਗ, ਫਿਰ ਉਹ ਕਿਹਨੂੰ ਆਖੇ? ਉਹ ਵੀ ਦੱਸੋ ਨਾ, ਉਧਰ ਨੂੰ ਨਹੀਂ ਜਾਂਦੇ। ਉਧਰ ਨੂੰ ਚੁੱਪ ਕਰ ਜਾਂਦੇ। ਸੋ ਆਮ ਲੋਕ ਡਰਦੇ ਹੈ ਕਿਉਂਕਿ ਉਹ ਇਹਨਾਂ ਨੂੰ ਸੰਤ ਜੋ ਮੰਨਦੇ ਹੈ, ਕਿਉਂਕਿ ਉਹਨਾਂ ਗੁਰਬਾਣੀ ਪੜ੍ਹੀ ਜ਼ਰੂਰ ਹੈ ਪਰ ਵਿਚਾਰੀ ਨਹੀਂ। ਸੋ ਗੁਰਬਾਣੀ ਪਾਤਸ਼ਾਹ ਕਹਿੰਦੇ ਆ, ਜੇਤਾ ਕੀਤਾ ਤੇਤਾ ਨਾਉ। ਜੋ ਕੁਛ ਵੀ ਹੈ, ਜਿੰਨਾ ਵੀ ਆ ਰਚਨਾ ਰਚੀ ਗਈ ਹੈ, ਵਿਸਥਾਰ ਰਚੀ ਗਿਆ, ਇਹ ਸਾਰਾ ਹੁਕਮ ਨਾਲ ਹੀ ਰਚਿਆ ਗਿਆ। ਚਾਹੇ ਇੱਥੇ ਜੜ ਹੈ, ਚਾਹੇ ਇੱਥੇ ਚੇਤਨ ਹੈ, ਸਾਰਾ ਕੁਝ ਹੁਕਮ ਦੇ ਅੰਦਰ ਹੈ। ਹੁਕਮ ਤੋਂ ਬਾਹਰ ਕੁਛ ਨਹੀਂ। ਬਸ ਜਿਹਨੇ ਹੁਕਮ ਨੂੰ ਬੁੱਝ ਲਿਆ ਉਹਨੂੰ ਪਤਾ ਲੱਗ ਜਾਂਦਾ, ਜਿਹਨੇ ਹੁਕਮ ਬੁੱਝਿਆ ਨਹੀਂ ਉਹਨੂੰ ਪਤਾ ਨਹੀਂ ਲੱਗਦਾ। ਬਿਨ ਨਾਵੈ ਨਾਹੀ ਕੋ ਥਾਉ। ਪੂਰੀ ਗੁਰਬਾਣੀ ਵਿੱਚ ਬ੍ਰਹਮ ਗਿਆਨ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਲਿਖਿਆ। ਹਾਂ, ਕਈ ਵਾਰੀ ਭੁਲੇਖਾ ਪੈਂਦਾ ਜੋ ਪ੍ਰਵਾਨ ਮਾਇਆ ਵਾਲੇ ਦਿੱਤੇ ਹੁੰਦੇ, ਇਹੀ ਤਾਂ ਸਮਝਣੇ ਹਨ ਫਿਰ ਬੁੱਝਣੇ ਹਨ ਕਿ ਇੱਥੇ ਗੁਰੂ ਸਾਹਿਬ ਜੀ ਕੀ ਬੁਝਾਉਣਾ ਚਾਹੁੰਦੇ ਆ। ਫਿਰ ਹਿਰਦੇ ਵਿੱਚ ਬੈਠ ਕੇ ਮਾਲਕ ਵੇਖ ਵੀ ਲੈਂਦਾ ਕਿ ਵਾਕਈ ਬੁੱਝਣਾ ਚਾਹੁੰਦਾ, ਮਾਇਆ ਤੋਂ ਪਰੇ ਹੈ, ਤੇ ਫਿਰ ਉਹ ਇਹਨੂੰ ਬੁਝਾ ਵੀ ਦਿੰਦਾ। ਜਿੰਨਾ ਚਿਰ ਮਾਇਆ ਨਾਲ ਜੁੜਿਆ ਉਨਾ ਚਿਰ ਨਹੀਂ ਬੁਝਾਉਂਦਾ, ਸਗੋਂ ਇਹ ਭਰਮ 'ਚ ਸਮਾਂ ਗਵਾਈ ਜਾਂਦਾ। ਸੋ ਬਿਨ ਨਾਵੈ ਨਾਹੀ ਕੋ ਥਾਉ। ਸਾਰਾ ਕੁਛ ਉਹਦੀ ਆਗਿਆ ਦੇ ਵਿੱਚ ਹੈ, ਉਹਦੀ ਆਗਿਆ ਤੋਂ ਬਾਹਰ ਕੁਛ ਵੀ ਨਹੀਂ ਹੈ। ਜੇਤਾ ਕੀਤਾ ਤੇਤਾ ਨਾਉ। ਜੋ ਕੁਛ ਵੀ ਰਚਨਾ ਰਚੀ ਹੈ ਮਾਲਕ ਨੇ ਆਪਣੇ ਹੁਕਮ ਨਾਲ ਰਚੀ ਹੋਈ ਹੈ। ਇਹ ਗੱਲ ਪਾਤਸ਼ਾਹ ਨੇ ਤਾਂ ਆਖੀ ਕਿਉਂਕਿ ਪਹਿਲਾਂ ਆਖਦੇ ਆਉਂਦੇ ਆ, ਅਸੰਖ ਮੂਰਖ ਅੰਧ ਕੋਰ, ਅਸੰਖ ਚੋਰ ਹਰਾਮ ਖੋਰ। ਉਹ ਸਾਰੀ ਵਿਆਖਿਆ ਕਰਦੇ ਵੀ ਕਿਤੇ ਤੁਸੀਂ ਇਹ ਗੱਲ ਨਾ ਕਹਿ ਦਿਓ ਵੀ ਸਾਨੂੰ ਗਲਤ ਕਹਿ ਰਹੇ। ਇਹ ਹੁਕਮ ਹੀ ਸਾਤੋਂ ਕਹਾ ਰਿਹਾ, ਉਹ ਵੀ ਤੁਹਾਡੇ ਭਲੇ ਵਾਸਤੇ। ਜੇ ਤੁਸੀਂ ਮੂਰਖ ਹੋ ਤਾਂ ਤੁਹਾਨੂੰ ਸਿਆਣਾ ਬਣਾਉਣ ਵਾਸਤੇ, ਤੁਹਾਡੀ ਖੋਟ ਕੱਢਣ ਵਾਸਤੇ ਸਾਨੂੰ ਪਰਮੇਸ਼ਰ ਨੇ ਸੋਝੀ ਦਿੱਤੀ ਹੈ। ਅਸੀਂ ਤੁਹਾਨੂੰ ਦੱਸਦੇ, ਸੋਝੀ ਤੁਹਾਨੂੰ ਵੀ ਪਰਮੇਸ਼ਰ ਦੇ ਰਿਹਾ। ਇਹ ਨਹੀਂ ਕਿ ਸਾਨੂੰ ਹੀ ਦਿੱਤੀ ਹੈ, ਤੁਹਾਨੂੰ ਵੀ ਦੇ ਰਿਹਾ, ਪਰ ਤੁਸੀਂ ਉਸ ਸੋਝੀ ਨੂੰ ਪ੍ਰਾਪਤ ਨਹੀਂ ਕਰ ਰਹੇ। ਇਹ ਨਹੀਂ ਪਾਤਸ਼ਾਹ ਕਹਿਣਾ ਚਾਹੁੰਦੇ ਕਿ ਸਾਨੂੰ ਸੋਝੀ ਦੇਤੀ, ਤੁਹਾਨੂੰ ਨਹੀਂ ਦਿੱਤੀ ਹੋਈ, ਅਸੀਂ ਤੁਹਾਨੂੰ ਦਿੰਦੇ ਹਾਂ। ਪਾਤਸ਼ਾਹ ਕਹਿੰਦੇ ਅਸੀਂ ਤੁਹਾਨੂੰ ਸੋਝੀ ਨਹੀਂ ਦੇ ਰਹੇ, ਸੋਝੀ ਤੁਹਾਨੂੰ ਪਰਮੇਸ਼ਰ ਦੇ ਰਿਹਾ। ਅਸੀਂ ਤੁਹਾਨੂੰ ਸਮਝਾ ਰਹੇ ਹਾਂ ਵੀ ਤੁਹਾਡੇ ਹਿਰਦੇ 'ਚ ਆਹ ਗੱਲਾਂ ਚੱਲਦੀਆਂ ਨਹੀਂ, ਫਿਰ ਤੁਸੀਂ ਇਹਨਾਂ ਗੱਲਾਂ ਨੂੰ ਕਿਉਂ ਨਹੀਂ ਮੰਨਦੇ? ਵੀ ਤੁਸੀਂ ਉਹਨਾਂ ਗੱਲਾਂ ਨੂੰ ਮੰਨੋ ਜਿਹੜੀ ਤੁਹਾਡੇ ਹਿਰਦੇ 'ਚੋਂ ਆ ਰਹੀ ਹੈ। ਜੇ ਹਿਰਦੇ ਦੀ ਗੱਲ ਨਹੀਂ ਸੁਣ ਰਹੀ, ਗੁਰਬਾਣੀ ਤੁਹਾਡੇ ਕੋਲ ਹੈ, ਤੁਸੀਂ ਗੁਰਬਾਣੀ ਨੂੰ ਦੇਖ ਲਓ, ਜਾਂ ਤੁਸੀਂ ਗੁਰਬਾਣੀ ਦੀ ਕੋਈ ਦੱਸੋ ਗੱਲ ਵੀ ਜਿੱਥੇ ਤੁਹਾਨੂੰ ਲੱਗੇ ਵੀ ਇਹ ਗੱਲ ਗਲਤ ਹੈ, ਉਹ ਐਂ ਹੋ ਨਹੀਂ ਸਕਦਾ। ਕਹਿੰਦੇ ਅਸੀਂ ਫਿਰ ਉਹਦਾ ਤੁਹਾਨੂੰ ਦੱਸਾਂਗੇ ਹੱਲ ਕੱਢ ਕੇ। ਬਿਨ ਨਾਵੈ, ਕਹਿੰਦੇ ਹੁਕਮ ਤੋਂ ਬਿਨਾਂ ਕੁਛ ਨਹੀਂ ਹੈ, ਕੋਈ ਵੀ ਥਾਂ ਨਹੀਂ ਹੈ, ਚਾਹੇ ਜਾੜਾ ਚਾਹੇ ਚੇਤਨ, ਸਭ ਹੁਕਮ ਦੀ ਖੇਡ ਹੈ। ਸੋ ਕੁਦਰਤ ਕਵਣ ਕਹਾ ਵਿਚਾਰ, ਪਿੱਛੇ ਇਹਨਾਂ ਪੰਕਤੀਆਂ ਦੀ ਵਿਚਾਰ ਆ ਚੁੱਕੀ ਹੈ ਵੀ ਜਿੰਨੀ ਮਰਜ਼ੀ ਕਰੀ ਚੱਲੀਏ। ਕੁਦਰਤ ਦੇ ਅੰਦਰ ਜੋ ਕੁਛ ਵੀ ਹੈ, ਹੁਕਮ ਦੇ ਵਿੱਚ ਜੋ ਕੁਛ ਵੀ ਹੈ, ਕਵਣ ਕਿੰਨਾ ਕੁਛ ਹੈ, ਕਹਾ ਵਿਚਾਰ ਵੀ ਉਹਦੀ ਉਹ ਵਿਚਾਰ ਹੋ ਸਕਦੀ ਹੈ ਜਿੰਨੀ ਕੋ ਮਾਲਕ ਕਰਵਾਵੇ।
ਪਰਵਾਰਿਆ ਨਾ ਜਾਵੇ। ਹੁਣ ਬਹੁਤ ਥੋੜਾ ਸਮਾਂ, ਕਿੰਨਾ ਕੁ ਵਿਖਿਆਨ ਕਰਦੇ ਹਾਂ, ਕਿੰਨੇ ਕੁ ਅੱਖਰ ਵਰਤ ਦਾਂਗੇ। ਬਹੁਤੀ ਗੱਲ ਨੂੰ ਥੋੜੇ ਅੱਖਰਾਂ 'ਚ ਲਿਖਿਆ ਜ਼ਰੂਰ ਹੈ, ਪਰ ਉਹਨੂੰ ਸਮਝਣ ਵਾਸਤੇ ਫਿਰ ਵਿਸ਼ਾਲ ਹੋਣਾ ਪੈਂਦਾ ਹੈ। ਸੋ ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ। ਜੋ ਕੁਛ ਵੀ ਹੈ ਉਹਦੀ ਕਾਰ ਹੈ, ਉਹਦਾ ਹੁਕਮ ਹੈ। ਹੇ ਮੇਰੇ ਮਨਾ, ਤੂੰ ਵੀ ਆਪਣੇ ਹੁਕਮ ਨੂੰ ਉਹਦੇ ਹੁਕਮ ਨਾਲ ਰਲਾ, ਆਪਣੀ ਇੱਛਾ ਨੂੰ ਉਹਦੀ ਇੱਛਾ ਨਾਲ ਰਲਾ। ਜਿਵੇਂ ਉਹ ਚਾਹੁੰਦਾ ਉਵੇਂ ਚੱਲ। ਫਿਰ ਤੇਰੀ ਵੀ ਇੱਛਾ ਹੋਈ ਹੋਵੇਗੀ, ਉਹਦੀ ਵੀ ਉਹੀ ਇੱਛਾ ਹੋਵੇਗੀ, ਦੋਨਾਂ ਦੀ ਇੱਕੋ ਹੀ ਇੱਛਾ ਹੈ, ਇੱਕੋ ਹੀ ਸੁਰ ਹੈ, ਤੇ ਤੂੰ ਸਲਾਮਤ ਹੈ। ਫਿਰ ਤੂੰ ਨਿਰੰਕਾਰ ਹੈ, ਫਿਰ ਤੂੰ ਸੱਚਖੰਡ ਵਿੱਚ। ਤੇ ਜਿੰਨਾ ਚਿਰ ਤੂੰ ਸਲਾਮਤ ਨਹੀਂ, ਅਧੂਰਾ ਹੈ, ਉਹਨਾਂ ਚਿਰ ਤੂੰ ਝੂਠਖੰਡ ਚ। ਕਬੀਰ ਜਾ ਕੇ ਦਿਲ ਸਾਬਤ ਨਹੀਂ, ਤਾਂ ਕੋ ਕਹਾਂ ਖੁਦਾਏ। ਕਹਿੰਦੇ ਫਿਰ ਖੁਦਾਏ ਕਹਿੰਦੇ, ਜੇ ਦਿਲ ਹੀ ਸਾਬਤ ਨਹੀਂ ਹੈ, ਆਤਮਾ ਪ੍ਰਾਤਮਾ ਸਹਿਭੰਗ ਹੈ, ਫਿਰ ਪ੍ਰਾਪਤੀ ਨਹੀਂ ਹੈ। ਸੋ ਹੇ ਮੇਰੇ ਮਨਾ, ਇਹ ਹੁਣ ਤੇਰੀ ਆਪਣੀ ਮਰਜ਼ੀ ਹੈ ਕਿ ਤੂੰ ਕਿਸ ਤਰ੍ਹਾਂ ਦਾ ਜੀਵਨ ਬਤੀਤ ਕਰਨਾ। ਭਵ ਸਾਗਰ ਵਿੱਚੋਂ ਨਿਕਲਣ ਵਾਸਤੇ ਬਤੀਤ ਕਰਨਾ ਹੈ ਕਿ ਜਾਂ ਭਵ ਸਾਗਰ ਵਿੱਚ ਰਹਿਣ ਵਾਸਤੇ ਕਰਨਾ। ਹੁਕਮ ਨੇ ਉਸੇ ਤਰ੍ਹਾਂ ਹੀ ਤੈਨੂੰ ਸੋਝੀ ਦੇਈ ਜਾਣੀ ਹੈ। ਇਹ ਤੇਰੀ ਮਰਜ਼ੀ ਹੈ ਕਿ ਤੂੰ ਕੀ ਚਾਹੁੰਦਾ। ਸੋ ਅੱਜ ਦੀ ਵਿਚਾਰ ਇੱਥੋਂ ਤੱਕ ਸੀ ਜੋ ਗੁਰ ਕਿਰਪਾ ਦੁਆਰਾ ਕੀਤੀ ਗਈ ਹੈ। ਅਗਲੀ ਵਿਚਾਰ ਜੇ ਗੁਰ ਨੇ ਚਾਹਿਆ ਫਿਰ ਕੀਤੀ ਜਾਵੇਗੀ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।